वार 18वीं पौड़ी 7वीं। ओंकार आकार कर, थित न वार न माहो जनाया। निरंकार आकार बिन, एक ओंकार न अलख लखाया। वाहिगुरु जी का खालसा, वाहिगुरु जी की फतेह। ओंकार आकार कर, थित न वार न माहो जनाया। ਭਾਈ ਗੁਰਦਾਸ ਜੀ 7ਵੀਂ ਪੌੜੀ ਦੇ ਵਿੱਚ ਹੁਣ ਪਰਮਾਤਮਾ ਨੂੰ, ਜੋ ਪਰਮਾਤਮਾ ਪਹਿਲੀ ਗੱਲ ਹੈ ਕਿ ਪਰਮਾਤਮਾ ਕਿਦੋਂ ਦਾ ਬਣਿਆ ਹੋਇਆ ਹੈ, ਪਰਮਾਤਮਾ ਕਿਵੇਂ ਆਇਆ, ਕਿਵੇਂ ਪੈਦਾ ਹੋਇਆ, ਇਹ ਜਿਹੜੀ ਸਵਾਲ ਹੈ ਇਹ ਹਮੇਸ਼ਾ ਹੀ ਧਰਮ ਗ੍ਰੰਥਾਂ ਵਿੱਚ ਵੀ ਆਉਂਦੇ ਰਹੇ ਤੇ ਇਸ ਦਾ ਸਵਾਲ ਜਿਹੜਾ ਹੈ ਹਰ ਇੱਕ ਨਾਸਤਕ ਕਰਦਾ ਰਿਹਾ ਤੇ ਅੱਜ ਵੀ ਕਰ ਰਿਹਾ ਹੈ ਵੀ ਪਰਮਾਤਮਾ ਜਿਹੜਾ ਤੁਸੀਂ ਮੰਨਦੇ ਹੋ ਉਹ ਕਿੱਥੋਂ ਆਇਆ ਹੈ, ਕਿਵੇਂ ਉਹ ਬਣਿਆ, ਕਿੱਥੋਂ ਕਿਵੇਂ ਹੋਇਆ, ਕਿਦੋਂ ਦਾ ਆਇਆ, ਕਿਹੜਾ ਉਹ ਸਾਲ ਹੈ, ਕਿਹੜੀ ਉਹ ਯੁੱਗ ਹੈ ਜਦੋਂ ਉਹ ਪਰਮਾਤਮਾ ਬਣਿਆ। ਪਹਿਲੀ ਤਾਂ ਗੱਲ ਇਹ ਹੈ। ਦੂਸਰਾ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਆਪਾਂ ਨੂੰ ਦਰਸਾਇਆ ਕਿ ਪਰਮਾਤਮਾ ਇੱਕ ਰੂਪ ਹੋ ਕੇ ਆਪਣੀ ਸ੍ਰਿਸ਼ਟੀ ਦੇ ਵਿੱਚ ਕਿਵੇਂ ਰਲਿਆ ਮਿਲਿਆ ਹੈ, ਕਿਵੇਂ ਐਨਗ੍ਰੋਸਡ ਹੈ ਆਪਣੀ ਸ੍ਰਿਸ਼ਟੀ ਦੇ ਵਿੱਚ। ਪਰਮਾਤਮਾ ਕਿਸ ਤਰ੍ਹਾਂ ਵਰਤ ਰਿਹਾ ਹੈ, ਉਹ ਆਪਣਾ ਆਪ ਦਾ ਰੂਪ ਹੀ ਕਿਵੇਂ ਹੋ ਰਿਹਾ ਹੈ। ਭਾਵੇਂ ਅਨੇਕ ਹੈ ਫਿਰ ਏਕ ਹੈ, ਅਨੇਕਾਂ ਰੂਪਾਂ ਦੇ ਵਿੱਚ ਵੀ ਪਰਮਾਤਮਾ ਇੱਕ ਰੂਪ ਹੋ ਕੇ ਵਰਤ ਰਿਹਾ ਹੈ। ਇਹ ਕਿਸ ਤਰ੍ਹਾਂ ਹੈ? ਪਰਮਾਤਮਾ ਜਿਹੜਾ ਹੈ ਜੇ ਹੈ ਤਾਂ ਫਿਰ ਆਪਣੇ ਆਪ ਨੂੰ ਪ੍ਰਗਟ ਕਿਉਂ ਨਹੀਂ ਕਰਦਾ, ਪਰਮਾਤਮਾ ਕਿਉਂ ਨਹੀਂ ਆਪਣੇ ਆਪ ਨੂੰ ਦਿਖਾਉਂਦਾ? ਤੇ ਇਹ ਜਿਹੜਾ ਹਨ ਤੇ ਪਰਮਾਤਮਾ ਨੂੰ ਸਾਰਿਆਂ ਵਿੱਚ ਰਲ ਮਿਲ ਕੇ ਰਹਿਣ ਦੀ ਕੀ ਲੋੜ ਹੈ, ਕਿਉਂਕਿ ਪਰਮਾਤਮਾ ਮਾਲਕ ਹੈ, ਮਾਲਕ ਨੂੰ ਜਿਹੜਾ ਹੈ ਮਾਲਕ ਬਣ ਕੇ ਰਹਿਣਾ ਚਾਹੀਦਾ ਹੈ। ਹੁਣ ਇਹ ਜਿਹੜੀ ਸ਼ਕਤੀ ਹੈ, ਇਹ ਅਹਿਸਾਸ ਜਿਹੜਾ ਪਰਮਾਤਮਾ ਕਿਸ ਤਰ੍ਹਾਂ ਆਪਣੀ ਪੈਦਾਇਸ਼ ਕੀਤੀ ਹੋਈ ਇਸ ਸ੍ਰਿਸ਼ਟੀ ਨੂੰ ਦਿੰਦਾ ਹੈ। ਸੋ ਦੇਖੋ ਬਹੁਤ ਹੀ ਇਹ ਸਵਾਲ ਜਿਹੜੇ ਨੇ ਗੁੱਝੇ ਸਵਾਲ ਨੇ, ਬੜੇ ਔਖੇ ਸਵਾਲ ਨੇ ਤੇ ਇਹਨਾਂ ਦਾ ਜਿਹੜਾ ਹੈ ਆਨਸਰ ਜਿਹੜਾ ਹੈ, ਉੱਤਰ ਜਿਹੜਾ ਹੈ ਭਾਈ ਗੁਰਦਾਸ ਜੀ ਆਪਾਂ ਨੂੰ ਇਸ ਪੌੜੀ ਵਿੱਚ ਦਿੰਦੇ ਹਨ। ਓੰਕਾਰ ਆਕਾਰ ਕਰ। ਦੇਖੋ ਓੰਕਾਰ ਉਹ ਪਰਮਾਤਮਾ ਜੋ ਓੰਕਾਰ ਆਕਾਰ ਉਕਾਰ ਮਕਾਰ, ਸੋ ਇਹ ਤਿੰਨਾਂ ਸ਼ਕਤੀਆਂ ਦਾ ਮਾਲਕ ਜਿਹੜਾ ਪਰਮਾਤਮਾ ਹੈ। ਸੋ ਉਹ ਪਰਮਾਤਮਾ ਜੋ ਪੈਦਾ ਵੀ ਕਰ ਸਕਦਾ ਹੈ, ਜੋ ਪਾਲਣਾ ਵੀ ਕਰਦਾ ਹੈ, ਜੋ ਲੈਤਾ ਜਿਹੜਾ ਨਾਸ਼ ਵੀ ਕਰਦਾ ਹੈ। ਸੋ ਓੰਕਾਰ ਸਰੂਪ ਆਕਾਰ ਕਰ, ਉਹਨੇ ਆਪਣਾ ਇੱਕ ਆਕਾਰ, ਆਪਣਾ ਫਿਜ਼ੀਕਲ ਫਾਰਮ ਬਣਾਇਆ। ਜਦੋਂ ਪਰਮਾਤਮਾ ਦੀ ਇੱਛਾ ਜਾਗੀ, ਉਹਨੇ ਆਪਣਾ ਓੰਕਾਰ ਹੁੰਦਿਆਂ ਹੋਇਆਂ ਵੀ ਆਪਣਾ ਆਕਾਰ ਬਣਾਇਆ। ਥਿਤ ਨਾ ਵਾਰ ਨਾ ਮਾਹੋ ਜਨਾਇਆ। ਦੇਖੋ ਜਦੋਂ ਉਹਨੇ ਆਪਣਾ ਆਕਾਰ ਬਣਾਇਆ, ਜਦੋਂ ਉਹਨਾਂ ਨੇ ਆਪਣੇ ਸ਼ਕਤੀ ਨੂੰ ਪ੍ਰਗਟ ਕਰਨ ਵਾਸਤੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ, ਇਹ ਸਾਰੀ ਫਿਜ਼ੀਕਲ ਫਾਰਮ ਜਿਹੜਾ ਹੈ ਧਰਤੀ ਦਾ, ਇਹ ਆਕਾਸ਼ਾਂ ਦਾ, ਇਹ ਸਭ ਬਣਾਇਆ, ਤਾਂ ਕਹਿੰਦੇ ਫਿਰ ਉਸ ਸਮੇਂ ਦੇ ਵਿੱਚ ਕਿਦੋਂ ਬਣਾਇਆ? ਕਹਿੰਦੇ ਇਸ ਕਰਕੇ ਥਿਤ ਨਾ ਵਾਰ ਨਾ ਮਾਹੋ ਜਨਾਇਆ। ਉਹ ਕਿਹੜੀ ਥਿਤ ਸੀਗੀ? ਹੁਣ ਥਿਤ ਉਹ ਹੁੰਦੀ ਹੈ ਜਿਹਨੂੰ ਆਪਾਂ ਜਿਹੜਾ ਦਿਨ ਜਿਹੜਾ ਹਨ ਚੰਦਰਮਾ ਦੇ ਹਿਸਾਬ ਨਾਲ ਦੱਸਿਆ ਜਾਵੇ, ਜਿਹਨੂੰ ਲੂਨਾ ਡੇ ਵੀ ਕਹਿ ਲਈਏ। ਤੇ ਦੂਜਾ ਜਿਹੜਾ ਹੈ ਵਾਰ, ਜਿਹੜਾ ਆਪਾਂ ਕਹਿੰਦੇ ਸੋਮਵਾਰ, ਮੰਗਲਵਾਰ, ਬੁੱਧਵਾਰ, ਜਿਹੜਾ ਕਿ ਸੂਰਜ ਦੇ ਹਿਸਾਬ ਨਾਲ ਦਿਨ ਬੰਨਿਆ ਜਾਂਦਾ ਹੈ। ਕਹਿੰਦੇ ਉਹ ਥਿਤ ਕਿਹੜੀ ਸੀ, ਉਹ ਵਾਰ ਕਿਹੜਾ ਹੈ, ਤੇ ਮਾਹੋਂ ਉਹ ਮਹੀਨਾ ਕਿਹੜਾ ਸੀ। ਜਿਵੇਂ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਏ। ਜਿਹੜਾ ਹਨ ਫਿਰ ਸਤਿਗੁਰੂ ਜੀ ਦੇਖੋ ਕਿੰਨਾ ਸੋਹਣਾ ਕਹਿੰਦੇ ਹਨ, ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ। ਉਹ ਪਰਮਾਤਮਾ ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਉਹ ਆਪੇ ਹੀ ਜਾਣਦਾ ਹੈ। ਹੁਣ ਕੌਣ ਦੱਸੇ ਵੀ ਕਿਦੋਂ ਬਣਾਇਆ? ਕਿਉਂਕਿ ਦੇਖੋ ਨਾ ਪਰਮਾਤਮਾ ਟਾਈਮਲੈਸ ਹੈ, ਉਹ ਅਕਾਲ ਰੂਪ ਹੈ ਤੇ ਆਪਾਂ ਉਹਨੂੰ ਕਾਲ ਸਮੇਂ ਦੇ ਵਿੱਚ ਪਾਉਣਾ ਚਾਹੁੰਦੇ ਹਾਂ, ਇਹ ਕਿਵੇਂ ਹੋ ਸਕਦਾ ਹੈ? ਇਸ ਕਰਕੇ ਇਹ ਜਿਹੜਾ ਹੈ ਇਹ ਸਾਰੇ ਸਵਾਲ ਜਿਹੜੇ ਨੇ ਇਹ ਜਿਹੜੇ ਹਨ ਬੇਲੋੜੇ ਹੀ ਹਨ। ਕਿਉਂਕਿ ਦੇਖੋ ਪ੍ਰਿੰਸੀਪਲ ਵਾਲੀ ਗੱਲ ਹੈ ਕਿ ਪਰਮਾਤਮਾ ਟਾਈਮ ਵਿੱਚ ਨਹੀਂ ਹੈ ਤੇ ਸੰਸਾਰ ਟਾਈਮ ਦੇ ਵਿੱਚ ਹੈ। ਕਿਉਂਕਿ ਇਹ ਇੱਕ ਰਚਨਾ ਹੈ ਜਿਹੜੀ ਇੱਕ ਸਮੇਂ ਤੱਕ ਰਹਿਣੀ ਹੈ ਤੇ ਇਹ ਰਹਿਣੀ ਤਾਂ ਜਿਹੜੀ ਹੈ ਜਦੋਂ ਤੱਕ ਰਹਿਣੀ ਆ, ਜਦੋਂ ਤੱਕ ਇਹ ਜਿਹੜਾ ਹਨ ਰਹੇਗੀ, ਇਹਦਾ ਕੋਈ ਕਿਸੇ ਨੂੰ ਪਤਾ ਨਹੀਂ। ਸੋ ਇਸ ਕਰਕੇ ਕਹਿੰਦੇ ਹਾਂ ਵੀ ਇਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਵੀ ਉਹੀ ਹੈ ਤੇ ਉਹੀ ਜਾਣਦਾ ਹੈ, ਕਿਉਂਕਿ ਉਦੋਂ ਸਮਾਂ ਬਣਿਆ ਹੀ ਨਹੀਂ ਸੀਗਾ ਜਿਹੜੇ ਸਮੇਂ ਵਿੱਚ ਇਹ ਬਣੀ ਹੈ। ਸੋ ਜਦੋਂ ਉਹ ਸਮਾਂ ਬਣਿਆ ਉਦੋਂ ਸ੍ਰਿਸ਼ਟੀ ਬਣੀ ਤੇ ਹੁਣ ਕੌਣ ਭੇਦ ਜਾਣ ਸਕਦਾ ਹੈ? ਇਸ ਕਰਕੇ ਭਾਈ ਗੁਰਦਾਸ ਜੀ ਨੇ ਕਿਹਾ ਓੰਕਾਰ ਆਕਾਰ ਕਰ। ਜਦੋਂ ਓੰਕਾਰ ਨੇ ਆਪਣਾ ਇੱਕ ਆਕਾਰ ਬਣਾਇਆ, ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਸ੍ਰਿਸ਼ਟੀ ਦੀ ਰਚਨਾ ਕਰਨੀ ਹੈ।
ਨਿਰੰਕਾਰ ਆਕਾਰ ਵਿਣ। ਦੇਖੋ ਨਿਰੰਕਾਰ ਨੇ ਜੋ ਨਿਰਆਕਾਰ ਹੈ, ਜਿਹਦਾ ਆਕਾਰ ਫਿਜ਼ੀਕਲ ਫਾਰਮ ਨਹੀਂ, ਜਿਹੜਾ ਫਾਰਮਲੈਸ ਹੈ, ਕਹਿੰਦੇ ਆਕਾਰ ਵਿਣ, ਜੇ ਕਿਤੇ ਉਹ ਆਪਣਾ ਆਕਾਰ ਨਾ ਵੀ ਬਣਾਉਂਦਾ ਉਸ ਸਮੇਂ 'ਚ ਤਾਂ ਵੀ ਉਹਦਾ ਕੁਝ ਵੀ ਨਹੀਂ ਸੀ, ਉਹਦੀ ਆਪਣੀ ਮਰਜ਼ੀ ਹੈ। ਪਰ ਜੇ ਅਗਰ ਅੱਜ ਉਹ ਨਿਰੰਕਾਰ ਨੇ ਆਕਾਰ ਕਰ ਵੀ ਲਿਆ ਫਿਰ ਵੀ ਏਕ ਓੰਕਾਰ ਨਾ ਅਲਖ ਲਖਾਇਆ। ਦੇਖੋ ਇਸੇ ਕਰਕੇ ਜਿਹੜਾ ਹੈ ਉਹ ਪਰਮਾਤਮਾ ਨੇ ਇਹ ਆਕਾਰ ਬਣਾ ਕੇ ਵੀ ਆਪ ਨਿਰੰਕਾਰ ਰੂਪ ਹੋ ਕੇ, ਨਿਰਆਕਾਰ ਰੂਪ ਹੋ ਕੇ, ਫਾਰਮਲੈਸ ਰੂਪ ਹੋ ਕੇ ਫਿਰ ਵੀ ਇਸ ਰਚਨਾ ਦੇ ਵਿੱਚ ਉਹ ਰਚਿਆ ਹੋਇਆ ਹੈ। ਹੀ ਇਜ਼ ਦ ਫਾਰਮ ਆਫ ਐਨਰਜੀ, ਹੀ ਇਜ਼ ਦ ਫਾਰਮ ਆਫ ਲਾਈਫ। ਸੋ ਉਹ ਪਰਮਾਤਮਾ ਦੇ ਕਰਕੇ ਹੀ ਲਾਈਫ ਜੀਵਨ ਹੈ, ਉਸ ਦੇ ਕਰਕੇ ਹੀ ਇਹ ਸਭ ਕੁਝ ਚੱਲਦਾ ਹੈ। ਜੇ ਪਰਮਾਤਮਾ ਹੈ ਤਾਂ ਇਹ ਲਾਈਫ ਹੈ, ਜੇ ਪਰਮਾਤਮਾ ਨਹੀਂ ਤਾਂ ਲਾਈਫ ਵੀ ਕੋਈ ਨਹੀਂ। ਸੋ ਇਸ ਕਰਕੇ ਨਿਰੰਕਾਰ ਆਕਾਰ ਵਿਨ, ਤੋ ਉਹੀ ਨਿਰੰਕਾਰ ਆਪਣੇ ਆਕਾਰ ਤੋਂ ਬਗੈਰ ਏਕ ਓੰਕਾਰ, ਕਿਉਂਕਿ ਉਹ ਏਕ ਓੰਕਾਰ ਹੈ, ਉਹ ਇੱਕੋ ਹੀ ਇੱਕ ਹੈ, ਜਿਹਨੇ ਜਿਹੜਾ ਹਨ ਉਤਪਤੀ ਜਿਹੜੀ ਹਨ ਕਰਨ ਵਾਲਾ, ਜਿਹੜਾ ਪਾਲਣਾ ਕਰਨ ਵਾਲਾ, ਲੈਤਾ ਕਰਨ ਵਾਲਾ, ਉਹ ਪਰਮਾਤਮਾ ਆਪ ਹੈ, ਅਲੱਖ ਹੈ। ਕਹਿੰਦੇ ਉਹ ਅਲੱਖ ਹੀ ਹੈ, ਉਹ ਲੱਖਤਾ ਦੇ ਵਿੱਚ ਹੈ, ਉਹਨੂੰ ਕੋਈ ਲੱਖ ਜਾਣ ਨਹੀਂ ਸਕਦਾ, ਪਰ ਉਹਨੇ ਆਪਣਾ ਆਕਾਰ ਬਣਾ ਕੇ ਉਹਨੇ ਦਿਖਾ ਦਿੱਤਾ ਕਿ ਉਹ ਕੀ ਹੈ। ਹੁਣ ਇਹ ਗੱਲ ਹੈ, ਦੇਖੋ ਹੁਣ ਇਹ ਕਾਦਰ ਜਿਹੜਾ ਪਰਮਾਤਮਾ ਭਾਵੇਂ ਇਹ ਕੁਦਰਤ ਵਿੱਚੋਂ ਆਪਾਂ ਨੂੰ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ, ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ, ਉਹ ਸਭ ਕੁਝ ਕਰਦਾ ਹੈ। ਇਹ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਆਪਾਂ ਹਿਸਾਬ ਕਰੀਏ। ਹੁਣ ਦੇਖੋ ਕਈ ਲੋਕ ਸਵਾਲ ਕਰਦੇ ਨੇ, ਕਹਿੰਦੇ ਜੀ ਰਾਗਮਾਲਾ ਦਾ ਕੀ ਕੰਮ ਹੈ। ਹੁਣ ਦੇਖੋ ਕਹਿੰਦੇ ਰਾਗਮਾਲਾ ਕਹਿੰਦੇ ਕਿਵੇਂ ਬਾਣੀ ਹੋ ਸਕਦੀ ਹੈ, ਸਵਾਲ ਉੱਠਦੇ ਨੇ। ਪਰ ਦੇਖੋ ਨਾ, ਗੁਰਬਾਣੀ ਜਿਹੜੀ ਹੈ ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਇੱਕ ਪਰਮਾਤਮਾ ਜਦੋਂ ਉਹਨੇ ਆਕਾਰ ਧਾਰਨ ਦੀ ਗੱਲ ਕੀਤੀ ਤਾਂ ਉਹ ਇੱਕ ਹੋਇਆ, ਨਹੀਂ ਤਾਂ ਉਹ ਇੱਕ ਵੀ ਨਹੀਂ ਸੀ, ਕਿਉਂਕਿ ਨਿਰੰਕਾਰ ਹੈ, ਉਹਨੂੰ ਲੋੜ ਵੀ ਨਹੀਂ ਹੈ। ਪਰ ਜਦੋਂ ਉਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਉਹ ਇੱਕ ਹੈ, ਤਾਂ ਇੱਕ ਹੀ ਜਿਹੜਾ ਇੱਕ ਨੇ ਬਣਾਇਆ, ਇੱਕ ਹੀ ਹੋ ਕੇ ਵਰਤ ਰਿਹਾ ਹੈ। ਤੇ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਹੈ ਅਖੀਰਲੀ ਬਾਣੀ ਰਾਗਮਾਲਾ ਆਉਂਦੀ ਹੈ। ਹੁਣ ਉਹ ਇੱਕ ਨੂੰ ਤੁਸੀਂ ਇਹ ਕੁਦਰਤ ਦੇ ਵਿੱਚੋਂ ਕਿਸ ਤਰ੍ਹਾਂ ਦੇਖਣਾ ਹੈ, ਉਹ ਤੁਸੀਂ ਜਿਹੜਾ ਹਨ ਜੇ ਪਰਮਾਤਮਾ ਨੂੰ ਤੁਸੀਂ ਉਹ ਇੱਕ ਨੂੰ ਉਹਦੀ ਜਿਹੜਾ ਕਾਦਰ ਦੀ ਕੁਦਰਤ ਵਿੱਚੋਂ ਨਹੀਂ ਦੇਖੋਗੇ ਤਾਂ ਕਿੱਥੇ ਦਿਸੂਗਾ, ਕਿਵੇਂ ਉਸ ਦਾ ਪਤਾ ਲੱਗੇਗਾ। ਇਸ ਕਰਕੇ ਰਾਗਮਾਲਾ, ਹੁਣ ਰਾਗ ਜਿਹੜੇ ਨੇ ਇਹ ਕੁਦਰਤ ਦੀਆਂ ਆਵਾਜ਼ਾਂ ਨੇ, ਇਹ ਕੁਦਰਤ ਜਿਸ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੀ ਹੈ ਨੈਚੁਰਲੀ ਆਪਣੇ ਆਪ ਹੀ ਹੁੰਦਾ ਹੈ। ਕੋਈ ਚਿੜੀ ਬੋਲਦੀ ਹੈ, ਕੋਈ ਹਵਾ ਚੱਲਦੀ ਹੈ, ਪੱਤਿਆਂ ਨਾਲ ਜਿਹੜਾ ਹਨ ਉਹ ਟਕਰਾਉਂਦੀ ਹੈ, ਸਮੁੰਦਰ ਜਿਹੜਾ ਹੈ ਉਹ ਹਵਾ ਦੇ ਨਾਲ ਉੱਠਦਾ ਹੈ, ਛੱਲਾਂ ਬਣਦਾ ਹੈ, ਫਿਰ ਸਮਾਉਂਦਾ ਹੈ, ਫਿਰ ਜਾ ਕੇ ਜਿਹੜਾ ਪੱਥਰਾਂ ਵਿੱਚ ਟੱਕਰ ਵੱਜਦੀ ਹੈ। ਉਹ ਸਾਰੀਆਂ ਜਿੰਨੀਆਂ ਕੁਦਰਤ ਦੀਆਂ ਆਵਾਜ਼ਾਂ ਨੇ ਤੇ ਉਹ ਸਮੇਂ ਸਿਰ ਤੇ ਮੌਸਮ ਦੇ ਨਾਲ ਇਹ ਆਵਾਜ਼ਾਂ ਸਾਰੀਆਂ ਬਦਲਦੀਆਂ ਨੇ, ਕਿਉਂਕਿ ਇਹ ਜਿਹੜਾ ਹਨ ਮੌਸਮ ਨੇ ਸਭ ਕੁਝ ਬਦਲਣਾ ਹੈ। ਇਸ ਕਰਕੇ ਜਿਹੜਾ ਹੈ ਰਾਗ ਜਿਹੜੇ ਨੇ ਉਹੀ ਆਵਾਜ਼ਾਂ ਨੇ। ਸੋ ਰਾਗ ਜਿਹੜੇ ਨੇ ਇਹ ਜਿਹੜੀਆਂ ਨੇਚਰ ਤੋਂ, ਕੁਦਰਤ ਵਿੱਚੋਂ ਇਹ ਜਿਹੜੀਆਂ ਆਵਾਜ਼ਾਂ ਨਿਕਲਦੀਆਂ ਨੂੰ ਹੀ ਰਾਗ ਬਣੇ ਨੇ। ਇਸ ਕਰਕੇ ਰਾਗਾਂ ਦੀ ਇਹ ਮਰਿਆਦਾ ਵੀ ਬਣੀ ਹੋਈ ਹੈ, ਕਿਹੜੇ ਸਮੇਂ ਵਿੱਚ ਕਿਹੜਾ ਰਾਗ ਪੜ੍ਹਨਾ, ਕਿਹੜਾ ਨਹੀਂ ਪੜ੍ਹਨਾ, ਤੇ ਰਾਗਾਂ ਦੇ ਵਿੱਚ ਤਾਲ ਕਿੰਨੇ ਨੇ, ਉਹ ਕੀ, ਸਭ ਇਹ ਮਰਿਆਦਾ ਬਣੀ। ਇਹ ਕੁਦਰਤ ਦੀ ਮਰਿਆਦਾ ਨੂੰ ਮਹਾਰਾਜ ਨੇ ਪ੍ਰਗਟ ਕੀਤਾ ਜੋ ਰਾਗਾਂ ਦੇ ਵਿੱਚ ਹੈ। ਤੇ ਫਿਰ ਸਭ ਤੋਂ ਵੱਡੀ ਗੱਲ ਇਹ ਹੈ, ਜਦੋਂ ਵੀ ਇਨਸਾਨ ਨੇ ਕੁਦਰਤ ਦੇ ਨਾਲ ਸਿੰਕ ਹੋਣਾ ਹੋਵੇ, ਉਹਨੇ ਇੱਕਮਿਕ ਹੋਣਾ ਹੋਵੇ, ਤਾਂ ਉਹਨੂੰ ਉਸ ਆਵਾਜ਼ਾਂ ਦੇ ਨਾਲ ਇੱਕ ਹੋਣਾ ਪੈਂਦਾ ਹੈ। ਇੱਕ ਵਸੀਲਾ ਹੈ ਉਸ ਪਰਮਾਤਮਾ ਨੂੰ ਜਾਣਨ ਦਾ। ਸੋ ਗੁਰਬਾਣੀ ਇੱਕ ਤੋਂ ਸ਼ੁਰੂ ਹੁੰਦੀ ਹੈ ਤੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਰਾਗਮਾਲਾ ਜਿਹੜੀ ਹੈ ਇਹ ਜਿਹੜੇ ਹਨ ਉਚਾਰਨ ਕਰਕੇ ਉਹ ਕੁਦਰਤ ਦੇ ਵਿੱਚ ਕਾਦਰ ਨੂੰ ਜਿਹੜਾ ਹੈ ਪ੍ਰਗਟ ਕਰ ਦਿਖਾਇਆ, ਤੇ ਇਸ ਤਰ੍ਹਾਂ ਪ੍ਰਗਟ ਕੀਤਾ ਕਿ ਉਹੀ ਰਾਗਾਂ ਦੇ ਵਿੱਚ ਸਾਰੀ ਬਾਣੀ ਉਚਾਰਨ ਕਰਕੇ ਤੇ ਫਿਰ ਇਹ ਬਾਣੀ ਜਿਹੜੀ ਹੈ ਆਪ ਜਿਹੜੇ ਹਨ ਆਪ ਮਹਾਰਾਜ ਜੀ ਗਾਉਂਦੇ ਵੀ ਰਹੇ। ਸਿੱਖਾਂ ਵਿੱਚ ਮਰਿਆਦਾ ਵੀ ਕੀਰਤਨ ਦੀ ਬਣਾਈ। ਹੁਣ ਦੇਖੋ ਨਾ, ਇਹ ਸਾਰੀ ਖੇਡ ਨੂੰ ਪਰਮਾਤਮਾ ਦੇ ਆਪਣਾ ਰੂਪ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੇ ਆਪ ਹੀ ਪ੍ਰਗਟ ਕਰ ਦਿਖਾਇਆ। ਸੋ ਇਸ ਕਰਕੇ ਅਲੱਖ ਲਿਖਾਇਆ, ਇਹਨੂੰ ਕਹਿੰਦੇ ਅਲੱਖ ਨੇ ਆਪਣੇ ਆਪ ਨੂੰ ਲਿਖਾ ਦਿੱਤਾ। ਆਪੇ ਆਪ ਉਪਾਇ ਕੈ, ਦੇਖੋ ਆਪਣੇ ਆਪ, ਆਪੇ ਆਪ, ਉਹਨੇ ਆਪਣੇ ਆਪ ਨੂੰ ਹੀ ਉਪਾਇਆ ਹੈ। ਅਸਲ ਵਿੱਚ ਪਰਮਾਤਮਾ ਨੇ ਆਪਣੇ ਆਪ ਨੂੰ ਹੀ ਪ੍ਰਗਟ ਕੀਤਾ ਹੈ।
ਤੇ ਫਿਰ ਜਾਂ ਆਪੇ ਆਪ ਆਪਣੇ ਹੀ ਸਰੂਪ ਦੇ ਵਿੱਚੋਂ ਕਰੋੜਾਂ ਜਿਹੜਾ ਲੱਖਾਂ ਸਰੂਪ ਕੁਦਰਤ ਰੂਪ ਵਿੱਚ ਬਣਾ ਕੇ ਉਹਨੇ ਆਪਣੇ ਆਪ ਨੂੰ ਹੀ ਪ੍ਰਗਟ ਕੀਤਾ ਹੈ, ਆਪਣੇ ਆਪ ਨੂੰ ਹੀ ਜਿਹੜਾ ਹੈ ਉਪਾਇਆ ਹੈ। ਆਪੇ ਆਪਣਾ ਨਾਮ ਧਰਾਇਆ। ਦੇਖੋ ਫਿਰ ਉਹਨੇ ਸਾਰੀ ਕੁਦਰਤ ਵਿੱਚ ਜਿੰਨੇ ਜੀਵ ਨੇ ਉਹਨੇ ਆਪਣਾ ਆਪ ਦਾ ਨਾਮ ਹੀ ਧਰਾਇਆ ਹੈ। ਹੁਣ ਦੇਖੋ ਪਰਮਾਤਮਾ ਇੱਕ ਹੈ, ਉਸਦੇ ਹੀ ਨਾਮ ਨੂੰ ਸਾਰੀ ਕੁਦਰਤ ਜਪਦੀ ਹੈ। ਸੋ ਜਿੰਨੀਆਂ ਵੀ ਛੱਲਾਂ ਆਉਂਦੀਆਂ ਨੇ, ਜਿੰਨੇ ਵੀ ਪੰਖ ਜਿਹੜਾ ਹਨ ਪਸ਼ੂ ਪੰਖੀ ਬੋਲਦੇ ਨੇ, ਇਹ ਸਭ ਜਿਹੜੇ ਹਨ ਸਭ ਘੱਟ ਰਾਮ ਬੋਲੇ, ਰਾਮਾ ਬੋਲੇ। ਰਾਮ ਬਿਨਾ ਕੋ ਬੋਲੇ ਰੇ, ਕੌਣ ਬੋਲ ਸਕਦਾ ਹੈ ਰਾਮ ਤੋਂ ਬਗੈਰ? ਉਹੀ ਤਾਂ ਬੋਲ ਰਿਹਾ ਹੈ, ਉਸ ਦੀਆਂ ਹੀ ਆਵਾਜ਼ਾਂ ਨੇ। ਇਸ ਕਰਕੇ ਕਹਿੰਦੇ ਆਪਣੇ ਆਪੇ ਆਪਣਾ ਨਾਮ ਧਰਾਇਆ। ਕਹਿੰਦੇ ਉਹ ਪਰਮਾਤਮਾ ਨੇ ਸਭ ਕੁਝ ਆਪ ਬਣਾ ਕੇ ਆਪਣਾ ਆਪ ਦਾ ਨਾਮ ਹੀ ਸਾਰਿਆਂ ਨਾਮਾਂ ਦੇ ਵਿੱਚ ਧਰਾ ਦਿੱਤਾ। ਜਿਸ ਕਰਕੇ ਪਰਮਾਤਮਾ ਦਾ ਅਸਲ ਜਿਹੜਾ ਨਾਮ ਹੈ ਨਾ, ਆਪਾਂ ਕਹਿੰਦੇ ਨੇਮ, ਮਾਈ ਨੇਮ, ਹਿਸ ਨੇਮ, ਦਿਆ ਨੇਮ, ਆਪਾਂ ਆਏ ਕਹਿੰਦੇ ਹਾਂ, ਅਸਲ 'ਚ ਨਾਮ ਤਾਂ ਸਿਰਫ ਪਰਮਾਤਮਾ ਦਾ ਹੀ ਹੈ, ਕਿਉਂਕਿ ਆਪੇ ਆਪਣਾ ਨਾਮ ਧਰਾਇਆ। ਆਪਣਾ ਆਪ ਦਾ ਨਾਮ ਆਪੇ ਹੀ ਪਰਮਾਤਮਾ ਨੇ ਰੱਖਿਆ ਹੈ। ਕੋਈ ਉਹਨੂੰ ਅੱਲਾ ਕਰਕੇ ਯਾਦ ਕਰਦਾ, ਕੋਈ ਰਾਮ, ਕੋਈ ਬੀਠਲ, ਕੋਈ ਵਾਹਿਗੁਰੂ ਜਿਹੜਾ ਹਨ, ਕੋਈ ਗੋਡ ਕਹਿੰਦਾ ਹੈ। ਜਿੰਨੇ ਮਰਜ਼ੀ ਨਾਮ ਧਰਾ ਲਈਏ, ਉਹ ਸਾਰੇ ਹੀ ਕੀਰਤਨ ਨਾਮਾਂ ਵਿੱਚੋਂ ਜਿਹੜਾ ਹੈ ਪਰਮਾਤਮਾ ਦਾ ਹੀ ਨਾਮ ਹੈ। ਸਤਨਾਮ ਤੇਰਾ ਪੂਰਾ ਪਰਾ ਪੁਰਬਲਾ। ਸੋ ਦੇਖੋ ਉਹ ਸਤਨਾਮ ਜੋ ਸੱਚਾ ਨਾਮ ਹੀ ਪਰਮਾਤਮਾ ਦਾ ਜਿਹੜਾ ਅਸਲ ਨਾਮ ਹੈ, ਕਿਉਂਕਿ ਉਹ ਸਤ ਹੈ, ਸਤ ਹੀ ਉਸਦਾ ਨਾਮ ਹੈ। ਇਹ ਜਾਣਨ ਵਾਸਤੇ ਪਰਮਾਤਮਾ ਨੇ ਆਪਣਾ ਆਪ ਦਾ ਜਿਹੜਾ ਹੈ ਆਪਣਾ ਆਪ। ਹੁਣ ਜੇ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੋਵੇ ਕਿਵੇਂ ਕਰੇ, ਇੱਥੇ ਉਹ ਵੀ ਦੱਸ ਦਿੱਤਾ, ਆਪੇ ਆਪਣਾ ਨਾਮ ਧਰਾਇਆ। ਉਹ ਜਿਹੜਾ ਹੈ ਪਰਮਾਤਮਾ ਆਪਣੇ ਨਾਮ ਦੇ ਵਿੱਚ ਹੀ ਪ੍ਰਗਟ ਰੂਪ ਹੈ ਸੰਸਾਰ ਦੇ ਵਿੱਚ। ਇਸ ਕਰਕੇ ਨਾਮ ਜਪਣਾ, ਵਾਹਿਗੁਰੂ ਸਿਰਫ ਕਹਿਣ ਮਾਤਰ ਨਹੀਂ, ਵਾਹਿਗੁਰੂ ਦੇ ਵਿੱਚ ਵਾਹਿਗੁਰੂ ਆਪ ਸਮਾਇਆ ਹੋਇਆ ਹੈ। ਇਹ ਜਿਹੜੀ ਹੈ ਦੇਖੋ ਭਾਈ ਗੁਰਦਾਸ ਨੇ ਕਿੰਨਾ ਸੋਹਣਾ ਦੱਸਿਆ ਆਪਾਂ ਨੂੰ। ਆਦ ਪੁਰਖ ਆਦੇਸ਼ ਹੈ। ਦੇਖੋ ਆਦ ਪੁਰਖ, ਉਹ ਆਦ ਪੁਰਖ ਹੈ। ਉਹ ਆਦ ਉਹ ਹੁੰਦਾ ਹੈ ਜਿਹੜਾ ਕਿ ਬਿਫੋਰ ਦ ਬਿਗਨਿੰਗ, ਉਹਨੂੰ ਆਦ ਕਹਿੰਦੇ ਹਾਂ। ਹੁਣ ਬਿਫੋਰ ਦ ਬਿਗਨਿੰਗ ਆਫ ਦ ਵਰਲਡ ਕਹਿੰਦੇ ਕੌਣ ਹੈ? ਉਹ ਆਦ ਹੈ, ਉਹ ਪੁਰਖ। ਉਹ ਜਿਹੜਾ ਹੈ ਪੁਰਖ ਪਰਮਾਤਮਾ ਜਿਹੜਾ ਪੁਰਖ ਹੈ ਉਹ ਆਦ ਰੂਪ ਹੈ। ਇਸ ਕਰਕੇ ਆਦੇਸ਼ ਹੈ, ਉਸ ਨੂੰ ਸਾਡੀ ਨਮਸਕਾਰ, ਆਪਾਂ ਮੱਥਾ ਟੇਕਦੇ ਹਾਂ ਉਸ ਨੂੰ। ਹੈਪੀ ਹੋਸੀ ਹੁੰਦਾ ਆਇਆ। ਦੇਖੋ ਹੈਪੀ ਹੁਣ ਵੀ ਉਹ ਪਰਮਾਤਮਾ ਹੈ, ਐਟ ਦ ਪ੍ਰੈਜ਼ੈਂਟ ਟਾਈਮ, ਵਰਤਮਾਨ ਸਮੇਂ ਵਿੱਚ ਵੀ ਪਰਮਾਤਮਾ ਹੈ। ਹੋਸੀ ਕਹਿੰਦੇ ਉਹ ਅੱਗੇ ਨੂੰ ਵੀ ਹੋਵੇਗਾ, ਇਨ ਫਿਊਚਰ ਭਵਿੱਖਤ ਕਾਲ ਵਿੱਚ ਵੀ ਉਹ ਹੋਵੇਗਾ। ਤੇ ਫਿਰ ਕਹਿੰਦੇ ਹੁੰਦਾ ਆਇਆ ਭੂਤ ਕਾਲ ਵਿੱਚ, ਇਨ ਦ ਪਾਸਟ ਵੀ ਉਹ ਹੁੰਦਾ ਹੀ ਆਇਆ ਹੈ। The world have never missed him because without him there's no world, without him there's no creation. ਸੋ ਇਸ ਕਰਕੇ ਪਰਮਾਤਮਾ ਹੀ ਸਾਰੇ ਸਮਿਆਂ ਦੇ ਵਿੱਚ ਆਪਾਂ ਮਹਿਸੂਸ ਕਰਦੇ ਹਾਂ, ਕਿਉਂਕਿ ਆਪਾਂ ਕਾਲ ਵਿੱਚ ਹਾਂ, ਆਪਾਂ ਉਹ ਸਮੇਂ ਵਿੱਚ ਹਾਂ। ਇਸ ਕਰਕੇ ਆਪਣਾ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ ਹੈ। ਤੇ ਪਰ ਇਹ ਵੀ ਗੱਲ ਹੈ, ਭਾਈ ਗੁਰਦਾਸ ਜੀ ਕਹਿੰਦੇ ਤਿੰਨੇ ਸਮਿਆਂ ਦੇ ਵਿੱਚ ਵੀ ਪਰਮਾਤਮਾ ਆਪ ਰਿਹਾ ਹੈ। ਆਦ ਨਾ ਅੰਤ ਬੇਅੰਤ ਹੈ। ਦੇਖੋ ਪਰਮਾਤਮਾ ਦਾ ਆਦ ਕੋਈ ਨਹੀਂ ਹੈਗਾ, ਪਰਮਾਤਮਾ ਸੰਸਾਰ ਦਾ ਆਦ ਹੈ, ਪਰ ਪਰਮਾਤਮਾ ਦਾ ਆਦ ਕੋਈ ਨਹੀਂ ਹੈਗਾ। ਤੇ ਫਿਰ ਨਾ ਅੰਤ, ਕਿਉਂਕਿ ਉਸ ਦਾ ਅੰਤ ਵੀ ਕੋਈ ਨਹੀਂ ਹੈਗਾ। ਉਹਨੇ ਸੰਸਾਰ ਦੇ ਅੰਤ ਦੇ ਵਿੱਚ ਵੀ ਉਸ ਦਾ ਅੰਤ ਹੈ ਨਹੀਂ। ਸੋ ਇਸ ਕਰਕੇ ਉਹ ਪਰਮਾਤਮਾ ਦਾ ਨਾ ਆਦ ਹੈ ਨਾ ਅੰਤ ਹੈ, ਕਿਉਂਕਿ ਉਹ ਬੇਅੰਤ ਹੈ। ਆਪੇ ਆਪ ਨਾ ਆਪ ਗਣਾਇਆ। ਉਹ ਆਪੇ ਆਪ ਹੀ ਹੈ ਸੰਸਾਰ ਦੇ ਵਿੱਚ, ਸਿਰਫ ਆਪਾਂ ਨੂੰ ਭਰਮ ਕਰਕੇ ਜਿਹੜਾ ਹਨ ਆਪਣੀ ਹਉਮੈ ਕਰਕੇ ਆਪਾਂ ਨੂੰ ਪਰਮਾਤਮਾ ਵੱਖਰਾ ਦਿਸਦਾ ਹੈ। ਪਰ ਅਸਲ ਵਿੱਚ ਭਾਈ ਗੁਰਦਾਸ ਜੀ ਕਹਿੰਦੇ ਆਪੇ ਹੀ ਆਪ ਹੈ। ਉਹ ਆਪਣੇ ਅੰਦਰ ਵੀ ਉਹ ਆਪ ਹੈ, ਤੇ ਦੂਸਰਾ ਜੋ ਕੁਝ ਆਪਾਂ ਦੇਖ ਰਹੇ, ਮਹਿਸੂਸ ਕਰ ਰਹੇ, ਸੁਣ ਰਹੇ ਹਾਂ, ਉਹਨਾਂ ਵਿੱਚ ਵੀ ਉਹ ਪਰਮਾਤਮਾ ਆਪ ਹੀ ਹੈ। ਉਹ ਆਪੇ ਹੀ ਆਪ ਹੈ ਸਾਰੇ ਪਾਸੇ। ਉਹ ਆਪਣੇ ਆਪ ਦੇ ਵਿੱਚ ਹੀ ਪਰਮਾਤਮਾ ਹੈ। ਪਰ ਆਪਾਂ ਨੂੰ ਇਹ ਗੱਲ ਮਹਿਸੂਸ ਕਿਉਂ ਨਹੀਂ ਹੁੰਦੀ? ਕਿਉਂਕਿ ਆਪਣੇ 'ਚ ਹਉਮੈ ਆ ਜਾਂਦੀ ਹੈ ਨਾ। ਆਪਾਂ ਆਪਣੇ ਆਪ ਨੂੰ ਪਰਮਾਤਮਾ ਨਾਲੋਂ ਵੱਖਰਾ ਸਮਝਣ ਕਰਕੇ ਉਹ ਜਿਹੜਾ ਹਨ ਇਹ ਹੁੰਦਾ ਕਿ ਉਹ ਅਗਿਆਨਤਾ ਕਰਕੇ ਇਗਨੋਰੈਂਸ ਕਰਕੇ ਆਪਾਂ ਪਰਮਾਤਮਾ ਤੋਂ ਅਲੱਗ ਆਪਣੇ ਆਪ ਨੂੰ ਦੇਖਦੇ ਹਾਂ। ਜਦੋਂ ਆਪਾਂ ਅਲੱਗ ਹੋ ਜਾਂਦੇ ਹਾਂ ਤਾਂ ਫਿਰ ਆਪਣੇ 'ਚ ਹਉਮੈ ਆ ਜਾਂਦੀ ਹੈ। ਜੋ ਉਹ ਸ਼ਕਤੀ ਜਿਹੜੀ ਪਰਮਾਤਮਾ ਦੇ ਆਪਣੇ ਅੰਦਰ ਵਸਦੀ ਹੈ, ਉਹ ਲਾਈਫ, ਉਹ ਜੀਵਨ ਰੂਪ ਜਿਹੜਾ ਪਰਮਾਤਮਾ ਆਪਣੇ ਅੰਦਰ ਹੈ, ਉਸ ਦੀ ਬਰਕਤ ਕਰਕੇ ਆਪਣੇ ਵਿੱਚ ਤਾਕਤ ਹੈ, ਸੁਣਨ ਦੀ ਸ਼ਕਤੀ ਹੈ, ਦੇਖਣ ਦੀ ਸ਼ਕਤੀ ਹੈ। ਇਹਨਾਂ ਦੇ ਕਰਕੇ ਆਪਾਂ ਹੰਕਾਰ, ਫਿਰ ਹਉਮੈ ਤੋਂ ਬਾਅਦ ਹੰਕਾਰ ਆ ਜਾਂਦਾ ਕਿ ਇਹ ਮੇਰਾ ਹੈ, ਇਹ ਮੇਰਾ ਹੈ। ਸੋ ਇਹ ਹਉਮੈ ਹੰਕਾਰ ਕਿਸ ਤਰ੍ਹਾਂ, ਇਹਦੀ ਬੁਨਿਆਦ ਕੀ ਹੈ? ਪਰਮਾਤਮਾ ਨਾਲੋਂ ਵਿਛੋੜਾ।
ਜੇ ਪਰਮਾਤਮਾ ਨਾਲ ਇੱਕ ਹੋ ਜਾਈਏ ਤਾਂ ਹਉਮੈ ਤੇ ਹੰਕਾਰ ਦੀ ਕੋਈ ਗੁੰਜਾਇਸ਼ ਨਹੀਂ, ਉਹਦੀ ਕੋਈ ਹਸਤੀ ਨਹੀਂ ਰਹਿ ਜਾਂਦੀ। ਸੋ ਉਸ ਦਾ ਜਿਹੜਾ ਹਨ ਐਗਜ਼ਿਸਟ ਹੋਣ ਦਾ ਕੋਈ ਕੌਜ਼ ਜਾਂ ਕਾਰਨ ਰਹਿ ਨਹੀਂ ਜਾਂਦਾ। ਇਹ ਹੁੰਦਾ ਕਿਦੋਂ? ਜਦੋਂ ਆਪਾਂ ਵਿਛੜਦੇ ਹਾਂ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਦੇਖੋ ਨਾ, ਉਹੀ ਪਰਮਾਤਮਾ ਆਪਣੇ ਆਪ ਦੇ ਵਿੱਚ ਆਪ ਹੀ ਪ੍ਰਗਟ ਰੂਪ ਹੈ, ਪਰ ਇੱਕ ਗੱਲ ਹੈ ਨਾ ਆਪ ਗਿਣਾਇਆ, ਉਹ ਆਪਣੇ ਆਪ ਨੂੰ ਗਿਣਦਾ ਨਹੀਂ। ਇਸ ਕਰਕੇ ਜਦੋਂ ਆਪਾਂ ਗਿਣਤੀ ਕਰਦੇ ਨਾ ਬੰਦਿਆਂ ਦੀ, ਆਪਾਂ ਕਹਿੰਦੇ 4 ਬੰਦੇ ਨੇ, ਆਪਾਂ ਇਹ ਨਹੀਂ ਕਹਿੰਦੇ ਵੀ 4 ਪਰਮਾਤਮਾ ਨੇ, ਪਰਮਾਤਮਾ ਦੇ 4 ਸਰੂਪ ਨੇ, ਤੇ ਉਹ ਨਹੀਂ ਕਹਿੰਦੇ ਨਾ ਗਿਣਾਇਆ। ਪਰਮਾਤਮਾ ਨੇ ਆਪਣੇ ਆਪ ਨੂੰ ਨਹੀਂ ਗਿਣਾਇਆ, ਉਹਨਾਂ ਨੇ ਆਪਣੇ ਆਪ ਨੂੰ ਗੁਪਤ ਰੱਖਿਆ, ਕਿਉਂਕਿ ਉਹ ਆਪਣੇ ਆਪ ਸ਼ਕਤੀ ਰੂਪ ਹੋ ਕੇ ਆਪਾਂ ਤੋਂ ਸਾਰੇ ਕੰਮ ਕਰਾਉਂਦਾ ਕਰਦਾ ਉਹ ਆਪ ਹੀ ਹੈ। ਪਰ ਦੇਖੋ ਇਨਸਾਨ ਝੂਠੀ ਹਉਮੈ ਨੂੰ ਲੈ ਕੇ ਬੈਠਾ ਹੈ, ਜਿਹੜੀ ਉਹਦੀ ਆਪਣੀ ਨਹੀਂ। ਤੇ ਉਹ ਝੂਠੀ ਹਉਮੈ ਕਰਕੇ ਉਹ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ ਹੈ, ਪਰਮਾਤਮਾ ਨੂੰ ਭੁਲਾ ਦਿੰਦਾ ਹੈ। ਇਸ ਕਰਕੇ ਪਰਮਾਤਮਾ ਨੇ ਆਪਣੇ ਆਪ ਨੂੰ ਗਿਣਾਇਆ, ਆਪਣੇ ਆਪ ਨੂੰ ਜਿਹੜਾ ਹੈ ਮਾਸਟਰ ਹੁੰਦਿਆਂ ਹੋਇਆਂ, ਮਾਲਕ ਹੁੰਦਿਆਂ ਹੋਇਆਂ ਵੀ ਆਪਣੀ ਸ਼ਕਤੀ ਸਾਰੀ ਦੇ ਕੇ ਜੇ ਕੋਈ ਹਉਮੈ ਵੀ ਕਰਦਾ ਹੈ ਨਾ, ਤਾਂ ਵੀ ਪਰਮਾਤਮਾ ਉਹਨੂੰ ਕੁਝ ਕਹਿੰਦਾ ਨਹੀਂ। ਦੇਖੋ ਫਿਰ ਉਹ ਹਉਮੈ ਦੇ ਕਰਕੇ ਆਪਾਂ ਨੂੰ ਜਨਮ ਮਰਨ ਦੇ ਚੱਕਰਾਂ ਵਿੱਚ ਫਸਣਾ ਪੈਂਦਾ ਹੈ। ਇਸ ਕਰਕੇ ਇਹ ਜਿਹੜੀ ਸਾਰੀ ਖੇਡ ਪਰਮਾਤਮਾ ਨੇ ਬਣਾਈ ਤੇ ਆਪਣੇ ਆਪ ਨੂੰ ਮਹਾਰਾਜ ਨੇ ਗਿਣਾਇਆ ਨਹੀਂ, ਗਿਣਿਆ ਨਹੀਂ। ਆਪੇ ਆਪ ਉਪਾਏ ਸਮਾਇਆ। ਦੇਖੋ ਉਹ ਪਰਮਾਤਮਾ ਆਪੇ ਹੀ ਆਪ ਹੈ, ਜੋ ਕਹਿੰਦੇ ਉਪਾਏ, ਜੋ ਬਣਾਉਂਦਾ ਹੈ ਤੇ ਉਹਦੇ ਵਿੱਚ ਆਪ ਹੀ ਸਮਾ ਜਾਂਦਾ ਹੈ। ਉਹ ਆਪ ਹੀ ਆਪ ਆਪਣੇ ਆਪ ਨੂੰ ਸਮਾ ਲੈਂਦਾ ਹੈ, ਉਹ ਆਪ ਹੀ ਮਿਲਿਆ ਹੋਇਆ ਹੈ ਹਰ ਇੱਕ ਸ਼ਬਦ ਦੇ ਵਿੱਚ, ਹਰ ਇੱਕ ਜਿਹੜੇ ਹਨ ਆਵਾਜ਼ ਦੇ ਵਿੱਚ, ਹਰ ਇੱਕ ਕਰਮ ਦੇ ਵਿੱਚ, ਸੋ ਹਰ ਇੱਕ ਦ੍ਰਿਸ਼ਟੀ ਦੇ ਵਿੱਚ। ਸੋ ਉਹ ਪਰਮਾਤਮਾ ਆਪ ਹੀ ਸਮਾਇਆ ਹੋਇਆ ਹੈ, ਕਿਉਂਕਿ ਕੁਝ ਵੀ ਪਰਮਾਤਮਾ ਨਾਲੋਂ ਅਲੱਗ ਨਹੀਂ ਹੈ। There's nothing can be separated from God। ਪਰਮਾਤਮਾ ਤੁਹਾਨੂੰ ਕੋਈ ਵੀ ਚੀਜ਼ ਵਿਛੜ ਨਹੀਂ ਸਕਦੀ, ਹਰ ਇੱਕ ਚੀਜ਼ ਹੀ ਪਰਮਾਤਮਾ ਹੀ ਹੈ। ਇਸ ਕਰਕੇ ਕਹਿੰਦੇ ਆਪੇ ਆਪ ਉਪਾਏ ਸਮਾਇਆ, ਉਹ ਆਪੇ ਹੀ ਸਮਾਇਆ ਹੋਇਆ ਹੈ। ਇਸ ਕਰਕੇ ਜਦੋਂ ਆਪਾਂ ਕਹਿੰਦੇ ਹਾਂ ਨਾ ਕੋਈ ਜੂਨਾਂ ਵਿੱਚ ਜਾਂਦਾ, ਕਹਿੰਦੇ ਫਿਰ ਤਾਂ ਉਹ ਪਰਮਾਤਮਾ ਵੀ ਜੂਨਾਂ 'ਚ ਜਾਂਦਾ ਹੋਗਾ, ਕਿਉਂਕਿ ਜੇ ਆਪਾਂ ਜੂਨਾਂ ਵਿੱਚ ਜਾਂਦੇ ਹਾਂ ਤੇ ਆਪਾਂ ਹੀ ਪਰਮਾਤਮਾ ਦਾ ਰੂਪ ਹਾਂ, ਫਿਰ ਆਪਾਂ ਨੂੰ ਜੂਨਾਂ 'ਚ ਜਾਣ। ਪਰ ਇਹ ਗੱਲ ਨਹੀਂ, ਆਪਾਂ ਤਾਂ ਜਾਂਦੇ ਹਾਂ ਕਿਉਂਕਿ ਆਪਣੀ ਹਉਮੈ ਹੈ, ਆਪਣੀ ਅਗਿਆਨਤਾ ਹੈ, ਇਹਦੇ ਕਰਕੇ ਆਪਾਂ ਨੂੰ ਜਾਣਾ ਪੈਂਦਾ, ਕਿਉਂਕਿ ਆਪਾਂ ਰੈਕਗਨਾਈਜ਼ ਨਹੀਂ ਕੀਤਾ ਉਹ ਪਰਮਾਤਮਾ ਨੂੰ। ਜਿੱਦਣ ਉਹ ਪਰਮਾਤਮਾ ਨੂੰ ਜਾਣ ਲਿਆ ਤਾਂ ਇਹ ਸਭ ਕੁਝ ਮੁੱਕ ਜਾਂਦਾ ਹੈ। ਫਿਰ ਨਾ ਉੱਥੇ ਜੇ ਸਵਰਗ ਨਰਕ ਤੋਂ ਮੈਂ ਰਹਿਓ ਸਤਿਗੁਰੂ ਕੇ ਪ੍ਰਸਾਦ, ਜਿਵੇਂ ਕਬੀਰ ਸਾਹਿਬ ਜੀ ਨੇ ਕਿਹਾ, ਕਹਿੰਦਾ ਮੈਂ ਤਾਂ ਸਵਰਗਾਂ ਨਰਕਾਂ ਤੋਂ ਰਹਿ ਗਿਆ, ਮੈਨੂੰ ਤਾਂ ਕੋਈ ਲੋੜ ਹੀ ਨਹੀਂ, ਕਿਉਂਕਿ ਮੈਨੂੰ ਪਰਮਾਤਮਾ ਮਿਲ ਗਿਆ। ਪਰਮਾਤਮਾ ਤੋਂ ਵਿਛੜ ਕੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਜੇ ਉਹ ਹੋਵੇ ਤਾਂ ਪਰਮਾਤਮਾ ਹੀ ਪਰਮਾਤਮਾ ਹੈ। ਇਸ ਕਰਕੇ ਆਪੇ ਆਪ ਉਪਾਏ ਸਮਾਇਆ, ਉਹ ਆਪੇ ਜਿਹੜਾ ਬਣਾਉਂਦਾ ਤੇ ਆਪੇ ਵਿੱਚ ਸਮਾਇਆ ਹੋਇਆ ਹੈ। ਆਦ ਨ ਅੰਤ ਬੇਅੰਤ ਹੈ, ਆਪੇ ਆਪ ਨ ਆਪ ਗਨਾਇਆ, ਆਪੇ ਆਪ ਉਪਾਏ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ